वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। श्लोक महला तीजा। रे जन उथारे दबियो सुत्या गई बिहाय। सतगुर का शब्द सुन ना जागेओ अंतर ना उपजेओ चाव। रे जन उथारे दबियो सुत्या गई बिहाय। सतगुर का शब्द सुन ना जागेओ अंतर ना उपजेओ चाव। शरीर जलो गुण बाहरा जो गुर कार ना कमाए। जगत जलंदा डिठ मैं हों मैं दूजे पाए। नानक गुर सरनाई उबरे सच मन शब्द ते आए। महला तीजा। शब्द रते हो मैं गई शोभा बंती नार। फिर कै भाणे सदा चले ता बनिया सीगार। सेज सुहावी सदा पिर रावे हर बार पाया नार। ना हार मरे ना कदे दुख लागे सदा सुहागण नार। नानक हर प्रभ मेल लई गुर कै हेत प्यार। पौड़ी जिन्ना गुर गोपिया अपना ते नर बुरियारी। हर जियो तिनका दर्शन ना करो पाप सट हत्यारी। ओ घर घर फिरै कसुद मन ज्यों धर कट नारी। वड भागी संगत मिले गुरमुख सवारी। हर मिलो सतगुर दया कर गुर को बलहारी। वड भागी संगत मिले गुरमुख सवारी। हर मेलो सतगुर दया कर
ਗੁਰ ਕੋ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਆਪ ਜੀ ਨੇ ਅੱਜ ਦੇ ਪਾਵਨ ਅੰਮ੍ਰਿਤਮਈ ਬਚਨ, ਪਾਵਨ ਮੁਖਵਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਪ੍ਰਕਾਸ਼ਵਾਨ ਹੋ ਕੇ ਇਹ ਅੰਮ੍ਰਿਤਮਈ ਬਚਨ ਜੋ ਪਾਵਨ ਮੁਖਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤੇ ਸਮੁੱਚੀ ਕਾਇਨਾਤ, ਸਮੁੱਚੇ ਸੰਸਾਰ ਅਤੇ ਸਮੁੱਚੀ ਮਾਨਵ ਜਾਤੀ ਦੇ ਲਈ, ਸੋ ਆਪ ਸਮੂਹ ਸਾਧ ਸੰਗਤ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇਹਨਾਂ ਪਾਵਨ ਬਚਨਾਂ ਨੂੰ ਸਰਵਣ ਕੀਤਾ ਹੈ ਜੀ ਅਤੇ ਆਨੰਦ ਦੀ ਪ੍ਰਾਪਤੀ ਕੀਤੀ ਹੈ। ਸੋ ਸਾਧ ਸੰਗਤ ਜੀਓ, ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 651 ਤੇ ਸੁਭਾਏਮਾਨ ਹਨ। ਅਤੇ ਸਾਧ ਸੰਗਤ ਜੀਓ, ਇਹ ਪਾਵਨ ਅੰਮ੍ਰਿਤਮਈ ਬਚਨ ਸੋਰਠ ਦੀ ਬਾੜ ਦੇ ਵਿੱਚੋਂ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਹੋਇਆਂ 23ਵੀਂ ਪੌੜੀ ਦੇ ਨਾਲ ਇਹ ਦੋ ਜਿਹੜੇ ਸ਼ਲੋਕ ਹਨ, ਸਤਿਗੁਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਤੀਸਰੇ ਗੁਰੂ ਨਾਨਕ, ਤੀਸਰੀ ਜੋਤ ਪਾਤਸ਼ਾਹ ਜੀ ਆਪਣੇ ਪਾਵਨ ਮੁਖਾਰਬਿੰਦ ਤੋਂ ਉਹਨਾਂ ਨੂੰ ਉਚਾਰਨ ਕਰਦਿਆਂ ਹੋਇਆਂ ਅਤੇ ਪੌੜੀ ਜਿਵੇਂ ਸਾਧ ਸੰਗਤ ਜੋ ਇਹ ਜਿਹੜੀ ਪੌੜੀ ਹੈ, ਜਿਹੜੇ ਦੋ ਸ਼ਲੋਕ ਹਨ, ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਗਏ ਹਨ ਅਤੇ ਇਹ ਪੌੜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਗਈ ਹੈ। ਕਿਉਂਕਿ ਇਹ ਸੋਰਠ ਦੀ ਬਾਰ ਜਿਹੜੀ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਤੇ ਸਾਧ ਸੰਗਤ ਜੀਓ, 22 ਬਾਰਾਂ ਆਉਂਦੀਆਂ ਹਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ 22 ਬਾਰਾਂ ਹਨ। ਤੇ ਗੁਰੂ ਪਾਤਸ਼ਾਹ ਜੀ ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ ਵੀ ਸੋਰਠ ਦੀ ਬਾਰ ਦੇ ਵਿੱਚੋਂ ਹੀ ਬਖਸ਼ ਰਹੇ ਹਨ। ਸੋ ਆਓ ਸਾਰੇ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਅਸੀਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਤੇ ਬਖਸ਼ਿਸ਼ ਕਰਨ ਕਿ ਸਾਨੂੰ ਵੀ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਾਉਣ ਤੇ ਇਹ ਬਾਣੀ ਜਿਹੜੀ ਹੈ ਸਾਡੇ ਅੰਦਰ ਵੀ ਵਸ ਸਕੇ ਜੀ। ਸੋ ਆਓ ਸਾਧ ਸੰਗਤ ਜੋ ਸਾਰੇ ਇੱਕ ਵਾਰੀ ਕਰੋ ਜੀ ਰਸਨਾ ਨੂੰ ਪਵਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਰੇ ਜਨ ਉਥਾਰੈ ਦਬਿਓ, ਸੁਤਿਆ ਗਈ ਬਿਹਾਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਰੇ ਜਨ ਉਥਾਰੈ ਦਬਿਓ, ਸੁਤਿਆਂ ਗਈ ਬਿਹਾਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਮੋਹ ਰੂਪ
ਉਥਾਰੇ ਦੇ ਦੱਬੇ ਹੋਏ ਹੈ ਭਾਈ, ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ। ਇਹ ਜ਼ਰੂਰੀ ਨਹੀਂ ਕਿ ਸਰੀਰ ਕਰਕੇ ਅਸੀਂ ਸੌਂ ਜਾਈਏ, ਤਾਈਓ ਸਾਨੂੰ ਗੁਰੂ ਪਾਤਸ਼ਾਹ ਜੀ ਆਖ ਰਹੇ ਨੇ ਕਿ ਸੁੱਤਿਆਂ ਹੀ ਤੇਰੀ ਉਮਰ ਗੁਜ਼ਰ ਰਹੀ ਹੈ। ਨਹੀਂ ਭਾਈ, ਹਕੀਕਤ ਤੇ ਇਹ ਹੈ, ਤੇਰਾ ਮਨ ਜਿਹੜਾ ਹੈ ਨਾ ਚੰਗੇ ਪਾਸਿਓਂ ਸੁੱਤਾ ਹੋਇਆ, ਟੁੱਟਿਆ ਹੋਇਆ ਹੈ। ਸਿਰਫ ਤੇਰਾ ਮਨ ਦੁਨੀਆ ਦੇ ਮੋਹ ਵਿਕਾਰਾਂ ਵਿੱਚ ਉਲਝਿਆ ਫਸਿਆ ਹੋਇਆ ਹੈ ਤੇ ਚੰਗੇ ਪਾਸੇ ਤੂੰ ਜਾਂਦਾ ਕੋਈ ਨਹੀਂ। ਚੰਗੇ ਪਾਸੇ ਤੇਰਾ ਮਨ ਤੈਨੂੰ ਜਾਣ ਨਹੀਂ ਦਿੰਦਾ ਤੇ ਮਾੜੇ ਪਾਸੇ 24 ਘੰਟੇ ਲਾਈ ਰੱਖਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਤੇਰੀ ਉਮਰ ਸੁੱਤਿਆਂ ਹੀ ਗੁਜ਼ਰ ਗਈ ਹੈ। ਸਤਿਗੁਰ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਉਂਦੀ ਤੇ ਨਾ ਹੀ ਹਿਰਦੇ ਵਿੱਚ ਨਾਮ ਜਪਣ ਦਾ ਕਦੇ ਚਾਅ ਉਪਜਿਆ। ਕਿਉਂਕਿ ਭਾਈ ਤੂੰ ਸੁੱਤਾ ਪਿਆ ਹੈ। ਸੱਚਮੁੱਚ ਤੂੰ ਸੱਚ ਨਾਲੋਂ ਟੁੱਟਿਆ ਹੋਇਆ ਹੈ ਤੇ ਝੂਠ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਤੈਨੂੰ ਗੁਰੂ ਦੇ ਸ਼ਬਦ, ਜੋ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਨ ਕਰਦੇ ਨੇ, ਪੰਚੇ ਸ਼ਬਦ ਬਜੇ ਮਤ ਦੁਰਮਤ, ਵੱਡ ਭਾਗੀ ਹਰ ਵੱਜਿਆ। ਭਾਈ ਉਹਨਾਂ ਦੇ ਵੱਡੇ ਭਾਗ ਹੁੰਦੇ ਹਨ ਜਿਹੜੇ ਇਨ੍ਹਾਂ ਕਦਮਾਂ ਨਾਲ, ਇਨ੍ਹਾਂ ਪੈਰਾਂ ਨਾਲ ਚੱਲ ਕੇ ਸਾਧ ਸੰਗਤ ਕਮਾਉਂਦੇ ਹਨ। ਗੁਰੂ ਦੇ ਦਰ ਤੇ ਆ ਕੇ ਹਾਜ਼ਰੀ ਤਨ ਕਰਕੇ ਲਵਾਉਂਦੇ ਹਨ। ਮਨ ਕਰਕੇ ਹਾਜ਼ਰੀ ਤੇ ਸਾਧ ਸੰਗ ਜੋ ਜਿੱਥੋਂ ਮਰਜ਼ੀ ਲੱਗ ਸਕਦੀ ਹੈ, ਲੇਕਿਨ ਤਨ ਕਰਕੇ ਵੀ ਹਾਜ਼ਰੀ ਲੱਗਣਾ ਜ਼ਰੂਰੀ ਹੈ। ਸੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਤੂੰ ਗੁਰੂ ਦੀ ਬਾਣੀ ਸੁਣ ਕੇ ਵੀ, ਗੁਰੂ ਦੇ ਸ਼ਬਦ, ਗੁਰੂ ਦੇ ਅੰਮ੍ਰਿਤਮਈ ਬਚਨ ਸੁਣ ਕੇ ਵੀ ਤੇਰਾ ਮਨ ਹਲੇ ਮਾੜੇ ਕਰਮਾਂ ਵੱਲੋਂ ਮੁੜਿਆ ਨਹੀਂ, ਚੰਗੇ ਪਾਸੇ ਜੁੜਿਆ ਨਹੀਂ। ਜਦੋਂ ਮਾੜੋ ਪਾਸੋਂ ਮੁੜ ਜਾਵੇਗਾ ਤੇ ਇਹ ਵੀ ਹਕੀਕਤ ਹੈ ਕਿ ਤੂੰ ਸੱਚ ਦੇ ਨਾਲ ਜੁੜ ਜਾਏਗਾ। ਸਰੀਰ ਜਲੋਂ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜਗਤ ਜਲੰਦਾ ਡਿਠ ਮੈਂ, ਹੋਮੈ ਦੂਜੈ ਪਾਏ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜਗਤ ਜਲੰਦਾ ਡਿਠ ਮੈਂ, ਹੋਮੈ ਦੂਜੈ ਪਾਏ। ਇੱਥੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਜਿਵੇਂ ਤੇਰੀ ਉਮਰ ਸੁੱਤਿਆਂ ਸੁੱਤਿਆਂ ਗੁਜ਼ਰ ਗਈ, ਸਤਿਗੁਰ ਦੇ ਸ਼ਬਦ ਤੇਰੇ ਕੰਨਾਂ ਤਿੱਕਰ ਨਹੀਂ ਪਏ ਅਤੇ ਨਾ ਹੀ ਹਿਰਦੇ ਵਿੱਚ ਕਦੇ ਤੂੰ ਨਾਮ ਜਪਣ ਦਾ ਚਾਉ ਜਾਗਿਆ, ਨਾ ਜਗਾਇਆ ਤੇ ਨਾ ਚਾਉ ਜਾਗਿਆ ਤੇ ਨਾ ਉਹ ਚਾਉ ਉਪਜਿਆ ਹੈ। ਗੁਣਾ ਤੋਂ ਸਖੈਣ ਜਿਹੜਾ ਸਾਡਾ ਸਰੀਰ, ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਸੜ ਜਾਏ ਜੋ ਸਤਿਗੁਰ ਦੀ ਦੱਸੀ ਹੋਈ ਕਾਰ ਨਹੀਂ ਕਰਦਾ। ਇਹ ਸਾਡਾ ਸਰੀਰ ਇਸ ਤੋਂ ਵਧੀਆ ਖਤਮ ਹੋ ਜਾਵੇ ਜੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਨਹੀਂ ਤੁਰਦਾ। ਇਸ ਤਰ੍ਹਾਂ ਦਾ ਸਰੀਰ ਮੈਂ ਹਉਮੈ ਵਿੱਚ ਤੇ ਮਾਇਆ ਦੇ ਮੋਹ ਵਿੱਚ ਸੜਦਾ ਵੇਖਿਆ ਹੈ ਤੇ ਸਾਰਾ ਸੰਸਾਰ ਹਉਮੈ ਵਿੱਚ ਹੀ ਸੜੀ ਜਾ ਰਿਹਾ ਹੈ, ਮਾਇਆ ਦੇ ਮੋਹ ਵਿੱਚ ਹੀ ਸੜੀ ਜਾ ਰਿਹਾ ਹੈ। ਸਾਧ ਸੰਗ ਜੋ ਸਰੀਰ ਦੀ ਸੜਨ ਦੇ ਲਈ ਪਾਣੀ ਕੰਮ ਕਰਦਾ ਹੈ, ਜੇ ਤਨ ਨੂੰ ਪਿਆਸ ਹੈ ਤੇ ਪਾਣੀ ਦੇ ਨਾਲ ਉਹ ਇਸ ਦੀ ਤਿਆਹ ਜਿਹੜੀ ਹੈ ਖਤਮ ਕੀਤੀ ਜਾ ਸਕਦੀ ਹੈ। ਜੇ ਕਿਤੇ ਮਨ ਹੀ ਸਾਡਾ ਸੜ ਰਿਹਾ ਹੋਵੇ ਤੇ ਫਿਰ ਮਨ ਤੇ ਪਾਣੀ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ। ਮਨ ਨੂੰ ਤੇ ਗੁਰੂ ਦੇ ਸ਼ਬਦ ਨੇ ਸ਼ਾਂਤ ਕਰਨਾ ਹੈ ਤੇ ਅਸੀਂ ਇਸ ਵੱਲ ਤੁਰਦੇ ਹੀ ਨਹੀਂ। ਅਸੀਂ ਕਦੇ ਵੀ ਗੁਰੂ ਦੇ ਸ਼ਬਦ ਨੂੰ ਜੇ ਸੁਣ ਵੀ ਲਿਆ, ਸਾਧ ਸੰਗਤ ਜੋ ਮਾਫ ਕਰਿਓ, ਜੇ ਗੁਰੂ ਘਰ ਆਏ ਵੀ ਹਾਂ
शब्द सुनिया भी मुखवाक, लेकिन सड़ियां उतरदियां उतरदियां बाहर निकलदियां सानू मुखवाक ही विसर जाता है। ये हकीकत है। अमल ते असी करना बहुत वड्डी गल है, लेकिन सानू ते मुखवाक ही चेते नहीं रहिंदा। सो गुरु पातशाह जी सानू ये बख्शिश कर रहे हैं, भाई इहो जे शरीर नालों चंगा ते ये शरीर खत्म हो जावे। जिस तरह का संसार में होमे विच ते माया दे विच ये सड़दा बलदा वेख रहा हाँ, इस दे नालों ते एक बारी ये सड़ के खत्म हो जावे। नानक गुर सरनाही उबरे, सच मन शब्द त्याय। पातशाह जी फरमान करते हैं, भाई ठाकुर तुम सरनाई आया, उतर गयो मेरे मन का संसा, जब ते दर्शन पाया। जदों तू पूरे गुरु की शरण विच आवेगा, अंदर दे जेड़े संसे हैं ना, जेड़े रोग हैं, जेड़े सैसे कदे खत्म नहीं होंदे, वो गुरु के दर ते आके वो निमृत हो जाते हैं। वो सैसे खत्म हो जाते हैं। गुरु साडे ते बख्शिश करते हैं ते साडे अंदर दे सैसे जेड़े मुका दिंदे हैं। सो भाई असी गुरु की शरण विच कदे आके वेखीए तां सही, नानक गुर सरनाई उबरे, सच मन शब्द ते आए। पातशाह जी फरमान करते हैं, भाई हे नानक गुरु दे शब्द दे राही सच्चे हरि नू मन विच सिमर के जीव सतगुर दी शरण पै के इस होमे विच सड़न तो बच सकता है। इस माया मोह जाल तो गुरु दी शरण आया बचिया जा सकता है। ये होमे दी जेड़ी अगन है, जदों सानू गुरु दी शरण प्राप्त हो जावे, ये होमे दी अग ते माया दा जाल साडा फिर कुछ भी नहीं कर सकता जदों असी गुरु दे हो जाइए। महला तीजा, शब्द रते हो मैं गई, शोभा बंती नार, फिर कै भाणे सदा चलै, तां बनिया सिंगार। पातशाह जी दूसरे पावन श्लोक विच समझा रहे हैं, शब्द रते होमै गई, शोभा बंती नार, फिर कै भाणे सदा चलै, तां बनिया सिंगार। जिस दी होमै सतगुर दे शब्द विच रंगे जान नाल दूर हो जाती है, वो जीव रूपी नारी शोभा बनती है। वो नारी अपने प्रभु पति दे हुक्म विच सदा तुरदी है ते वो अपने पति दी हुक्म दी पालना करती है। गुरु पातशाह जी फरमान करते हैं, भाई ताइयों कीता होया ओदा सिगार जेड़ा है वो सफल है। सेहज सुहावी सदा पिर रावै, हर वर पाया नार, ना हर मरै ना कदे दुख लागै, सदा सुहागण नार। हरि दा जेड़ा नाम है ना, वो कदे खत्म नहीं होंदा। जिवें पातशाह जी ने फरमान किया, भाई वो जीव स्त्री भागां वाली है, वो जीव रूपी नारी शोभा बनती है। वो नारी अपने प्रभु पति दे हुक्म विच सदा तुरदी है, इसे करके उसका सिंगार सफल समझिया जाता है। जिस जीव स्त्री ने प्रभु पति लभ लिया है, उसदे हृदय रूपी सेजा सुंदर है। क्यों? क्योंकि उसदे पति सदा उस नाल मिलिया होया है। वो स्त्री सदा सुहाग वाली है, क्योंकि उसका पति प्रभु कदे ना जमदा है,
ਤੇ ਨਾ ਕਦੇ ਮਰਦਾ ਹੈ, ਕਦੇ ਮਰਦਾ ਨਹੀਂ। ਇਸੇ ਲਈ ਉਹ ਕਦੇ ਦੁਖੀ ਨਹੀਂ ਹੁੰਦੀ। ਜਿਨ੍ਹਾਂ ਨੇ ਆਪਣਾ ਤਨ ਆਪਣਾ ਮਨ ਗੁਰੂ ਨੂੰ ਅਰਪਣ ਕਰ ਦਿੱਤਾ, ਉਹ ਸਦਾ ਹੀ ਸੁਹਾਗ ਵਾਲੀਆਂ ਜੀਵ ਇਸਤਰੀਆਂ ਬਣੀਆਂ ਰਹਿੰਦੀਆਂ ਹਨ। ਕਿਉਂਕਿ ਹਰੀ ਪ੍ਰਭੂ ਕਦੇ ਖਤਮ ਨਹੀਂ ਹੁੰਦਾ ਤੇ ਨਾ ਆਪਣੇ ਪਿਆਰਿਆਂ ਨੂੰ ਭਗਤਾਂ ਨੂੰ ਕਦੇ ਦੁੱਖ ਆਉਣ ਦਿੰਦਾ। ਉਹ ਹਮੇਸ਼ਾ ਹੀ ਸੁਹਾਗਣ ਹਨ। ਨਾਨਕ ਹਰ ਪ੍ਰਭ ਮੇਲ ਲਈ, ਗੁਰ ਕੈ ਹੇਤ ਪਿਆਰ। ਪ੍ਰਭੂ ਨਾਲ ਕਦੋਂ ਮਿਲਿਆ ਜਾਂਦਾ ਹੈ? ਪਾਤਸ਼ਾਹ ਜੀ ਇਹ ਵੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਭਾਈ ਜਦੋਂ ਸਾਡੇ ਅੰਦਰੋਂ ਹਉਮੈ ਦੀ ਅਗਨ ਖਤਮ ਹੋ ਜਾਵੇ, ਮਾਇਆ ਦਾ ਸਾਨੂੰ ਛੁਟਕਾਰਾ ਮਿਲ ਜਾਵੇ। ਇਹ ਕਦੋਂ ਹੋ ਸਕਦਾ ਹੈ? ਪਾਤਸ਼ਾਹ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ ਕੇ ਸਮਝਾ ਰਹੇ ਨੇ, ਨਾਨਕ ਗੁਰੂ ਦੇ ਪਿਆਰ ਵਿੱਚ ਉਸ ਦੀ ਬਿਰਤੀ ਹੋਣ ਕਰਕੇ ਪ੍ਰਭੂ ਨੇ ਉਸ ਨੂੰ ਆਪਣੇ ਨਾਲ ਮਿਲਾਇਆ ਹੈ। ਕਿਉਂਕਿ ਪਿਆਰ ਕਰਕੇ ਹੀ ਸਾਚ ਕਹੂੰ ਸੁਣ ਲਿਓ, ਸਵੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰੂ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ ਹੈ, ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਪਿਆਰ ਕਰਦਾ ਹੈ। ਬਾਕੀ ਪ੍ਰਮਾਤਮਾ ਸਾਰਿਆਂ ਤੇ ਰਹਿਮਤ ਬਖਸ਼ਿਸ਼ ਕਰਦਾ ਹੈ, ਲੇਕਿਨ ਸਾਧ ਸੰਗ ਜੋ ਜਿਹੜੇ ਆਪਾ ਭਾਵ ਗਵਾ ਕੇ ਪ੍ਰਮਾਤਮਾ ਦੇ ਹੋ ਜਾਂਦੇ ਹਨ ਤੇ ਪ੍ਰਮਾਤਮਾ ਵੀ ਫਿਰ ਉਹਨਾਂ ਦਾ ਹੋ ਜਾਂਦਾ ਹੈ। ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ, ਤੇ ਨਰ ਬੁਰਿਆਰੀ ਹਰ ਜਿਉ ਤਿਨ ਕਾ ਦਰਸ਼ਨ ਨਾ ਕਰੋ, ਪਾਪ ਸਟ ਹਤਿਆਰੀ। ਸਾਧ ਸੰਗਤ ਜੀਓ, ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜੋ ਮਨੁੱਖ ਪਿਆਰੇ ਸਤਿਗੁਰ ਦੀ ਨਿੰਦਿਆ ਕਰਦੇ ਹਨ, ਉਹ ਬਹੁਤ ਹੀ ਭੈੜੇ ਹਨ। ਰੱਬ ਮਿਹਰ ਹੀ ਕਰੇ, हे ਭਾਈ ਉਹਨਾਂ ਦਾ ਦਰਸ਼ਨ ਨਾ ਕਰੋ। ਉਹ ਬੜੇ ਹੀ ਪਾਪੀ ਤੇ ਹਤਿਆਰੇ ਹਨ। ਕਿਉਂ? ਕਿਉਂਕਿ ਉਹ ਮਾਲਕ, ਉਹ ਪ੍ਰਭੂ ਦੀ ਹਰ ਵੇਲੇ ਨਿੰਦਿਆ ਹੀ ਕਰਦੇ ਰਹਿੰਦੇ ਹਨ। ਉਹ ਘਰ ਘਰ ਫਿਰੈ ਕਸੁਧ ਮਨ, ਜੋ ਧਾਰ ਕਟ ਨਾਰੀ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉਹਨਾਂ ਦੀ ਜਿਹੜੀ ਅੰਦਰਲੀ ਅਵਸਥਾ ਹੈ ਨਾ, ਇਦਾਂ ਹੁੰਦੀ ਹੈ ਜਿਵੇਂ ਉਹ ਇਸਤਰੀ ਆਪਣੇ ਪਤੀ ਤੋਂ ਬੇਮੁਖ ਹੋ ਕੇ ਦਰ ਦਰ ਦੀ ਠੋਕਰਾਂ ਖਾਉਂਦੀ ਹੈ, ਇੰਜ ਹੀ ਉਹਨਾਂ ਦਾ ਸੁਭਾਅ ਜਿਹੜੇ ਪ੍ਰਮਾਤਮਾ ਦੇ ਨਿੰਦਕ ਬਣ ਜਾਂਦੇ ਹਨ। ਵਡ ਭਾਗੀ ਸੰਗਤ ਮਿਲੇ, ਗੁਰਮੁਖ ਸਵਾਰੀ। ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕੋ ਬਲਹਾਰੀ। ਭਾਈ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਨੋ ਖੋਟੇ ਉਹ ਆਦਮੀ ਬਿਬ ਚਾਰਨ ਇਸਤਰੀ ਵਾਂਗ ਘਰ ਘਰ ਫਿਰਦੇ ਹਨ। ਵਡਭਾਗੀ ਮਨੁੱਖ ਸਤਿਗੁਰ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿੱਚ ਮਿਲੇ ਰਹਿੰਦੇ ਹਨ। हे ਹਰੀ, ਮੈਂ ਸਦਕੇ ਹਾਂ ਸਤਿਗੁਰ ਤੋਂ ਮਿਹਰ ਕਰਕੇ ਸਤਿਗੁਰ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਉਹ ਪ੍ਰਭੂ ਮਾਲਕ ਮਿਲਾ ਦਿੱਤਾ ਹੈ, ਜਿਸ ਦੇ ਮਿਲਿਆ ਫਿਰ ਦੁੱਖ ਸੁਖ ਸਾਰੇ ਇੱਕੋ ਸਮਾਨ ਜਾਪਦੇ ਹਨ। ਜਿਸ ਦੇ ਮਿਲਿਆ ਦੁਨੀਆ ਦਾ ਆਵਾਗਮਨ ਖਤਮ ਹੋ ਜਾਂਦਾ ਹੈ। ਜਿਸ ਨੂੰ ਪ੍ਰਾਪਤ ਕੀਤਿਆਂ, ਜਿਸ ਦੇ ਨਾਮ ਨੂੰ ਸਿਮਰਿਆ, ਸਭ ਕੁਝ ਸਫਲ ਹੋ ਜਾਂਦਾ ਹੈ। ਇਹੋ ਜਿਹਾ ਪ੍ਰਭੂ ਉਹ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੇ ਮੈਨੂੰ ਮਿਲਾ ਦਿੱਤਾ। ਸੋ ਆਪਾਂ ਵੀ ਗੁਰੂ ਨਾਲ ਮਿਲੀਏ, ਗੁਰੂ ਦੀ ਸਾਧ ਸੰਗਤ ਵਿੱਚ ਆ ਕੇ 2-4 ਘੜੀਆਂ ਸਿਮਰਨ ਕਰੀਏ, ਸਾਧ ਸੰਗਤ ਕਰੀਏ, ਤਾਂ ਕਿ ਸਾਡਾ ਇਹ ਜਿਹੜਾ ਜੀਵਨ ਹੈ ਇਹ ਸਫਲ ਹੋ ਸਕੇ।
ਇਹ ਤਾਈਓ ਸਫਲ ਹੋਵੇਗਾ ਜਦੋਂ ਗੁਰੂ ਪਾਤਸ਼ਾਹ ਜੀ ਸਾਡੇ ਤੇ ਰਹਿਮਤ, ਸਾਡੇ ਤੇ ਬਖਸ਼ਿਸ਼ ਕਰਨਗੇ। ਸੋ ਸਾਧ ਸੰਗਤ ਜੋ ਆਪ ਜੀ ਵੱਡੇ ਭਾਗਾਂ ਵਾਲੇ ਹੋ, ਆਪ ਜੀ ਨੇ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ ਨਾਲ ਸਾਂਝ ਕੀਤੀ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਬਖਸ਼ਿਸ਼ ਕਰਨ, ਸਾਰਿਆਂ ਤੇ ਆਪਣੀ ਮਿਹਰ ਦੀ ਨਦਰ ਕਰਨ, ਸਾਰੇ ਇਹ ਲੋਕ ਸੁਖੀਏ ਅਤੇ ਪਰਲੋਕ ਸੋਹਲੇ ਹੋਵਣ ਜੀ। ਸਾਧ ਸੰਗਤ ਜੋ ਬਾਣੀ ਦੀਆਂ ਵਿਚਾਰਾਂ ਕਰਦੇ ਆ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਜੇ ਕਿਸੇ ਮਾਈ ਭਾਈ ਦਾ ਕੋਈ ਵੀ ਚੰਗਾ ਸੁਝਾਅ ਹੋਵੇ, ਜੋ ਦਾਸ ਨਾਲ ਵਿਚਾਰ ਵੀ ਕਰਨੇ ਚਾਹੁੰਦੇ ਹੋਵਣ, ਤੇ ਦਾਸ ਦਾ ਇਹ ਇੰਡੀਆ ਦਾ ਨੰਬਰ ਹੈ ਜੀ 8750 10 6375। ਆਪ ਜੀ ਇਸ ਨੰਬਰ ਤੇ ਦਾਸ ਨਾਲ ਸਾਂਝ ਕਰ ਸਕਦੇ ਹੋ। ਬੁਲਾਓ ਜੀ ਫਤਿਹ, ਕਰੋ ਜੀ ਰਸਨਾ ਨੂੰ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।